ਅੱਜ ਸ਼ਾਮ 4:30 ਵਜੇ ਹਲਫ ਲੈਣਗੇ ਪੰਜਾਬ ਦੇ ਨਵੇਂ ਮੰਤਰੀ। ਲੰਬੇ ਮੰਥਨ ਤੋਂ ਬਾਅਦ ਤੈਅ ਹੋਈ ਹੈ ਸੀਐਮ ਚੰਨੀ ਦੀ ਟੀਮ। ਨਵੀਂ ਕੈਬਨਿਟ 'ਚ 7 ਨਵੇਂ ਚਿਹਰਿਆਂ ਨੂੰ ਮਿਲੀ ਐਂਟਰੀ ਤਾਂ 5 ਪੁਰਾਣੇ ਮੰਤਰੀਆਂ ਨੂੰ ਕੀਤਾ ਆਊਟ। ਕਿਤੇ ਜਸ਼ਨ ਤਾਂ ਕਿਤੇ ਖਾਲੀ ਹੋਣ ਲੱਗੀਆਂ ਸਰਕਾਰੀ ਕੋਠੀਆਂ। ਨਵੇਂ ਮੰਤਰੀਆਂ ਦੇ ਆਉਣ ਤੋਂ ਪਹਿਲਾਂ ਪੁਰਾਣੇ ਮੰਤਰੀ ਖਾਲੀ ਕਰ ਰਹੇ ਆਪਣੇ ਘਰ। ਪੁਰਾਣੇ 5 ਮੰਤਰੀਆਂ ਨੂੰ ਨਵੀਂ ਕੈਬਨਿਟ 'ਚ ਰੱਖਿਆ ਗਿਆ ਬਾਹਰ। ਨਵੀਂ ਸਰਕਾਰ 'ਚ ਨਵੇਂ ਡੀਜੀਪੀ ਵੀ ਤੈਨਾਤ। ਇਕਬਾਲਪ੍ਰੀਤ ਸਿੰਘ ਸਹੋਤਾ ਨੇ ਸਾਂਭਿਆ ਐਡੀਸ਼ਨਲ ਚਾਰਜ। ਸੀਐਮ ਚਰਨਜੀਤ ਚੰਨੀ ਨੇ ਬੁਕੇ ਦੇ ਕੇ ਕੀਤਾ ਸਵਾਗਤ। ਸਰਕਾਰ ਬਣਨ ਤੋਂ ਕੁਝ ਦਿਨ ਬਾਅਦ ਹੀ ਛੁੱਟੀ ਤੇ ਗਏ ਦਿਨ ਕਰ ਦਿੱਤਾ। ਗਿਰਦਾਵਰੀ ਦੇ ਐਲਾਨ ਤੋਂ ਬਾਅਦ ਅੱਜ ਖੁਦ ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਇਲਾਕਿਆਂ ਦਾ ਜਾਇਜ਼ਾ ਲੈਣਗੇ ਸੀਐਮ ਚੰਨੀ। ਕੁਝ ਦਿਨ ਪਰ ਕੱਲ ਦਿਨ ਭਰ ਸੁਖਬੀਰ ਬਾਦਲ ਤੇ ਆਪ ਵਿਧਾਇਕ ਇਸੇ ਮਸਲੇ ਤੇ ਘੇਰਦੇ ਰਹੇ ਸਰਕਾਰ। ਕਿਸਾਨਾਂ ਦੇ ਭਾਰਤ ਬੰਦ ਨੂੰ ਵਿਰੋਧੀਆਂ ਵੱਲੋਂ ਸਿਆਸੀ ਸਮਰਥਨ ਦਾ ਐਲਾਨ। ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਹੋਏਗੀ ਪ੍ਰਦਰਸ਼ਨ 'ਚ ਸ਼ਾਮਿਲ। ਕਿਸਾਨਾਂ ਨੇ ਕੱਲ ਦਿੱਤਾ ਹੋਇਆ ਭਾਰਤ ਬੰਦ ਦਾ ਸੱਦਾ। ਸਿਆਸਤ ਤੋਂ ਦੂਰ ਆਪਣੇ ਦੋਸਤਾਂ ਦੇ ਨਾਲ ਸਮਾਂ ਬਿਤਾ ਰਹੇ ਕੈਪਟਨ ਅਮਰਿੰਦਰ ਸਿੰਘ ਤਾਜ਼ਾ ਕਰ ਰਹੇ ਫੌਜ ਦੀਆਂ ਯਾਦਾਂ। ਸਸਵਾ ਫਾਰਮ ਹਾਊਸ 'ਚ ਖੁਦ ਹੋਸਟ ਕਰ ਰਹੇ ਦੋਸਤਾਂ ਲਈ ਡਿਨਰ ਪਾਰਟੀ। ਅੱਜ ਮਨ ਕੀ ਬਾਤ ਕਰਨਗੇ ਪੀਐਮ ਮੋਦੀ। ਸਵੇਰੇ 11 ਵਜੇ ਦੇਸ਼ਵਾਸੀ ਦੇ ਨਾਲ ਹੋਣਗੇ ਰੂਬਰੂ। ਸੰਵਾਦ 'ਚ ਕੌਮਾਂਤਰੀ ਮਹੱਤਵ ਦੇ ਕਈ ਮੁੱਦਿਆਂ ਦਾ ਜ਼ਿਕਰ ਕਰ ਸਕਦੇ ਨੇ ਪੀਐਮ ਮੋਦੀ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ ਔਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਪੰਜਾਬ ਦੀ ਨਵੀਂ ਕੈਬਨਿਟ ਦੇ ਵਿਸਥਾਰ ਤੋਂ। ਅੱਜ ਵਿਸਥਾਰ ਹੋਏਗਾ। ਅੱਜ ਨਵੇਂ ਮੰਤਰੀ ਹਲਫ ਲੈਣਗੇ ਅਹੁਦੇ ਦਾ। ਸ਼ਾਮ 4:30 ਵਜੇ ਦਾ ਸਮਾਂ ਤੈਅ ਕੀਤਾ ਗਿਆ। ਰਾਜ ਭਵਨ ਦੇ ਵਿੱਚ ਸਹੁੰ ਚੁੱਕ ਸਮਾਗਮ ਹੋਏਗਾ। ਟੀਮ ਚੰਨੀ ਦੇ ਵਿੱਚ 7 ਨਵੇਂ ਚਿਹਰਿਆਂ ਨੂੰ ਐਂਟਰੀ ਮਿਲੇਗੀ ਔਰ 5 ਪੁਰਾਣੇ ਮੰਤਰੀਆਂ ਨੂੰ ਆਊਟ ਕੀਤਾ ਗਿਆ ਹੈ। ਜਿਸ ਤੋਂ ਬਾਅਦ ਫਿਰ ਬਦਲ ਜਿਹੜੇ ਨੇ ਉਹ ਕੋਠੀਆਂ ਦੇ ਵੀ ਹੋ ਰਹੇ ਨੇ, ਯਾਨੀ ਕਿ ਕਿਤੇ ਖੁਸ਼ੀ ਤੇ ਕਿਤੇ ਗਮ ਵੀ ਨਜ਼ਰ ਆ ਰਿਹਾ। ਸੋ ਫਿਲਹਾਲ ਗੱਲ ਕੀਤੀ ਜਾਵੇ ਤਾਂ ਅੱਜ ਸ਼ਾਮ 4:30 ਵਜੇ ਦਾ ਸਮਾਂ ਤੈਅ ਕੀਤਾ ਗਿਆ, ਕਿਉਂਕਿ ਬੀਤੇ ਦਿਨ ਚਰਨਜੀਤ ਚੰਨੀ ਦੇ ਵੱਲੋਂ ਰਾਜ ਭਵਨ ਪਹੁੰਚ ਕੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਔਰ ਉੱਥੇ ਡਿਪਟੀ ਸੀਐਮ ਵੀ ਪਹੁੰਚੇ ਸੀਗੇ ਸੁਖਜਿੰਦਰ ਰੰਧਾਵਾ ਤੇ ਓਪੀ ਸੋਨੀ। ਔਰ ਉਸ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਔਰ ਇੱਕ ਹੀ ਸਤਰ ਦੇ ਵਿੱਚ ਗੱਲ ਮੁਕਾ ਦਿੱਤੀ। ਉਹਨਾਂ ਕਿਹਾ ਕਿ ਭਲਕੇ ਯਾਨੀ ਕਿ ਅੱਜ ਸ਼ਾਮ 4:30 ਵਜੇ ਹਲਫ ਲੈਣਗੇ ਨਵੇਂ ਮੰਤਰੀ ਔਰ ਉਹਨਾਂ ਦੇ ਵੱਲੋਂ ਸਹੁੰ ਚੁੱਕ ਸਮਾਗਮ ਜਿਹੜਾ ਉਹ ਹੋਏਗਾ। ਸੋ ਕੁੱਲ ਮਿਲਾ ਕੇ ਨਵੀਂ ਕੈਬਨਿਟ ਲੰਬੀ ਚਰਚਾਵਾਂ ਤੋਂ ਬਾਅਦ ਤੈਅ ਕਰ ਦਿੱਤੀ ਗਈ ਹੈ। ਨਵੇਂ 7 ਚਿਹਰੇ ਜਿਹੜੇ ਨੇ ਉਹ ਐਂਟਰੀ ਕਰਨਗੇ ਔਰ 5 ਦੀ ਆਊਟ ਦੀ ਵੀ ਜਿਹੜੀ ਹੈ ਉਹ ਨਜ਼ਰ ਆਏਗੀ ਤਸਵੀਰ। ਐਗਜ਼ਿਟ ਉਹਨਾਂ ਦੇ ਵੱਲੋਂ ਕੈਬਨਿਟ ਦੇ ਵਿੱਚੋਂ ਹੋਏਗਾ, ਉਹਨਾਂ ਦਾ ਕੀਤਾ ਜਾਏਗਾ। ਔਰ ਦੱਸ ਦਈਏ ਕਿ ਹਾਈ ਕਮਾਂਡ ਦੇ ਨਾਲ ਚਰਚਾਵਾਂ ਤੋਂ ਬਾਅਦ ਇਹ ਫਾਈਨਲ ਜਿਹੜੀ ਲਿਸਟ ਹੈ ਹੋਈ ਹੈ। ਹਾਲਾਂਕਿ ਉਸ ਦੇ ਵਿੱਚ ਵੀ ਹੁਣ ਕਿਤੇ ਕੁਝ ਸ਼ੰਕੇ ਕਹਿ ਸਕਦੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਵਿਰੋਧੀ ਸਵਾਲ ਚੁੱਕ ਰਹੇ ਨੇ ਉਸ ਤੋਂ ਬਾਅਦ ਖਬਰਾਂ ਕੁਝ ਇਹ ਵੀ ਆ ਰਹੀਆਂ ਨੇ ਕਿ ਹੋ ਸਕਦਾ ਇੱਕ ਚਿਹਰਾ ਬਦਲਿਆ ਜਾ ਸਕੇ। ਹਾਲਾਂਕਿ ਗੱਲ ਕੀਤੀ ਜਾਏ ਤਾਂ ਚਰਨਜੀਤ ਚੰਨੀ ਜਦੋਂ ਤੋਂ ਨਵੇਂ ਸੀਐਮ ਬਣੇ ਨੇ ਪੰਜਾਬ ਦੇ, ਤਾਂ ਉਸ ਵੇਲੇ ਤੋਂ ਇੱਕ ਕਈ ਤਰ੍ਹਾਂ ਦੇ ਵੱਡੇ ਔਰ ਪੂਰੇ ਜੋਸ਼ੀਲੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ। ਸੋ ਜਿਸ ਤੋਂ ਬਾਅਦ ਕਈ ਉਮੀਦਾਂ ਕਹਿ ਸਕਦੇ ਆ ਕਿ ਜਗਦੀਆਂ ਹੋਈਆਂ ਨਜ਼ਰ ਆਈਆਂ ਨੇ ਔਰ ਵਿਰੋਧੀ ਵੀ ਇਹੀ ਕਹਿ ਰਹੇ ਨੇ ਕਿ ਅਸੀਂ ਸਵਾਗਤ ਕਰਦੇ ਆ ਪਰ ਕੰਮ ਜ਼ਰੂਰ ਕਰਕੇ ਵਿਖਾਇਆ ਜਾਵੇ, ਕਿਉਂਕਿ ਜੋ 2017 ਚ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਸੋ ਉਹਨਾਂ ਨੂੰ ਪੂਰ ਉਤਾਰਿਆ ਜਾਵੇ ਔਰ ਲੋਕ ਇਸ ਦਾ ਇੰਤਜ਼ਾਰ ਲਾ ਕੇ ਬੈਠੇ ਹੋਏ ਨੇ। ਹਾਲਾਂਕਿ ਵਿਰੋਧੀ ਤਾਂ ਵੀ ਕਹਿ ਰਹੇ ਸੀ ਕਿ ਜਦੋਂ ਇੰਨਾ ਸਮਾਂ ਇੱਕ ਕੈਬਨਿਟ ਬਣਾਉਣ ਦੇ ਵਿੱਚ ਲੱਗੇਗਾ ਤਾਂ ਕੰਮ ਕਦੋਂ ਕਰਨਗੇ ਨਵੇਂ ਸੀਐਮ ਸਾਹਿਬ। ਸੋ ਸਵਾਲ ਜਿਹੜੇ ਨੇ ਉਹ ਕਈ ਖੜੇ ਹੋਏ ਸੀ, ਪਰ ਫਿਲਹਾਲ ਅੱਜ ਕਹਿ ਸਕਦੇ ਆ ਉਹ ਦਿਨ ਆ ਚੁੱਕਿਆ ਜਦੋਂ ਆਖਿਰਕਾਰ ਕੈਬਨਿਟ ਤਿਆਰ ਹੋ ਚੁੱਕੀ ਹੈ। ਹਾਲਾਂਕਿ 7 ਨਵੇਂ ਚਿਹਰੇ ਆਏ ਨੇ ਪਰ ਉਸਦੀ ਕੋਈ ਰਸਮੀ ਤੌਰ ਤੇ ਐਲਾਨ ਨਹੀਂ ਕੀਤਾ ਗਿਆ। ਸੋ ਪੰਜਾਬ ਕੈਬਨਿਟ ਦੇ ਵਿੱਚ 7 ਨਵੇਂ ਚਿਹਰੇ ਸ਼ਾਮਿਲ ਹੋਣ ਜਾ ਰਹੇ ਨੇ, ਜਿਨ੍ਹਾਂ 'ਚ ਰਾਜਾ ਵੜਿੰਗ ਵੀ ਸ਼ਾਮਿਲ ਨੇ। ਵੜਿੰਗ ਦੇ ਨਾਲ ਗੱਲ ਕੀਤੀ ਹੈ ਸਾਡੇ ਸਹਿਯੋਗੀ ਪੰਕਜ ਕਪਾਹੀ ਨੇ। ਪੰਜਾਬ ਸਰਕਾਰ ਦੇ ਵਿੱਚ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਆ ਔਰ ਖਾਸ ਤੌਰ ਤੇ ਰਾਹੁਲ ਗਾਂਧੀ ਹੋਰਾਂ ਦੀ ਛਵੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ। ਰਾਹੁਲ ਗਾਂਧੀ ਦੇ ਬੇਹੱਦ ਖਾਸ ਰਾਜਾ ਅਮਰਿੰਦਰ ਸਿੰਘ ਬਰਾੜ ਹੋਰੀ ਜਿਹੜੇ ਨੇ ਉਹ ਕੈਬਨਿਟ ਦੇ ਵਿੱਚ ਆ ਰਹੇ ਨੇ। ਬਰਾੜ ਸਾਹਿਬ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਤੁਹਾਨੂੰ ਵੀ ਜੀ। ਬਟ ਤੁਸੀਂ ਜਿਹੜੀ ਗੱਲ ਕਹੀ ਹੈ ਹਜੇ ਉਹਦੇ ਬਾਰੇ ਪੁਸ਼ਟੀ ऑफिशियल तौर पे कोई ऐसी जानकारी मेरे को नहीं है, पर हाँ परमात्मा कृपा करे कि जो तुसी क्या वो सच होवे। लेकिन ਤੁਹਾਡੇ ਚਿਹਰੇ ਦੀ ਮੁਸਕਾਨ ਉਹ 4.5 ਸਾਲ ਦੀ ਜਿਹੜਾ ਇੰਤਜ਼ਾਰ ਸੀਗਾ
ਉਹ ਮੁਸਕਾਨ ਦੱਸ ਰਹੀ ਹੈ ਕਿ ਅੱਜ ਇੰਤਜ਼ਾਰ ਜਿਹੜਾ ਉਹ ਖਤਮ ਹੋ ਰਿਹਾ ਵਾ 4:30 ਵਜੇ ਹੁਣ ਮੇਰੀ ਗੱਲ ਜਿਹੜੀ ਹੈ 4:30 ਵਜੇ ਤੋਂ ਬਾਅਦ ਮੰਤਰੀ ਰਾਜਾ ਅਮਰਿੰਦਰ ਸਿੰਘ ਬਰਾੜ ਹੋਰਾਂ ਨਾਲ ਗੱਲ ਹੋਣ ਜਾ ਰਹੀ ਹੈ। ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਇੰਤਜ਼ਾਰ ਬਿਲਕੁਲ ਸੀਗਾ 4.5 ਸਾਲ ਦਾ ਇੰਤਜ਼ਾਰ ਸੀ ਔਰ ਮੈਨੂੰ ਲੱਗਦਾ ਕਿ ਉਹ ਇੰਤਜ਼ਾਰ ਰਹਿਣਾ ਵੀ ਚਾਹੀਦਾ ਹਮੇਸ਼ਾ। ਤੁਸੀਂ ਅੱਗੇ ਕਿਵੇਂ ਜਾ ਸਕਦੇ ਹੋ, ਅੱਗੇ ਹੋਰ ਕੀ ਕਰ ਸਕਦੇ ਹੋ, ਇਹ ਤੁਹਾਡੇ ਮਨ 'ਚ ਇੱਛਾ ਹੋਣੀ ਚਾਹੀਦੀ ਹੈ, ਲੇਕਿਨ ਉਹ ਹਜੇ ਤੱਕ ਪੂਰਾ ਨਹੀਂ ਹੋਇਆ ਸੀ। ਉਮੀਦ ਹੈ ਔਰ परमात्मा ਕਿਰਪਾ ਕਰਨ ਸੱਚੇ ਪਾਤਸ਼ਾਹ ਔਰ ਰਾਹੁਲ ਗਾਂਧੀ ਜੀ ਕਿਰਪਾ ਕਰਨ, ਕਾਂਗਰਸ ਪਾਰਟੀ, ਸਿੱਧੂ ਸਾਹਿਬ, ਚੰਨੀ ਸਾਹਿਬ। ਸੋ ਮੈਨੂੰ ਲੱਗਦਾ ਕਿ ਕੰਨਾਂ ਨੂੰ ਕੁਝ ਚੰਗੀ ਆਵਾਜ਼ ਸੁਣਨ ਨੂੰ ਮਿਲੇ। ਕਿ ਜੋ ਕਹਿ ਰਹੇ ਸੀਗੇ ਕਿ ਤਿਆਰੀ ਕਰ ਲੈ ਰਾਜਾ, ਹੁਣ ਤੂੰ ਮੰਤਰੀ ਬਣਨ ਜਾ ਰਿਹਾ। ਉਹਨਾਂ ਨੇ ਬਹੁਤ ਪਿਆਰ ਦਿੱਤਾ। ਉਹਨਾਂ ਦੀ ਜੱਫੀ ਦੇ ਵਿੱਚ ਮੈਨੂੰ ਮਹਿਸੂਸ ਹੋਇਆ ਉਹਨਾਂ ਦਾ ਨਿੱਘ। ਚੰਨੀ ਸਾਹਿਬ ਨੂੰ ਵੀ ਮਿਲਿਆ, ਲੇਕਿਨ ਆਫੀਸ਼ੀਅਲ ਤੌਰ ਤੇ ਹਜੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਹੀਂ ਆਈ। ਜਦ ਵੀ ਆਏਗੀ ਤਾਂ ਮੈਂ ਮੀਡੀਆ ਦੇ ਸਾਹਮਣੇ ਖਾਸ ਕਰਕੇ ਪੰਕਜ ਦੇ ਕੋਲ ਜ਼ਰੂਰ ਇਜ਼ਹਾਰ ਕਰਾਂਗਾ ਇਸ ਗੱਲ ਦਾ। ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਇੱਕ ਆਮ ਘਰ ਤੋਂ ਨਿਕਲੇ, ਦਲਿਤ ਪਰਿਵਾਰ ਤੋਂ ਨਿਕਲੇ ਔਰ ਉਹਨਾਂ ਨੇ ਜਿਸ ਤਰੀਕੇ ਨਾਲ ਕਿੱਸਾ ਸੁਣਾਇਆ ਕਿ ਸਧਾਰਨ ਪਰਿਵਾਰ ਤੋਂ, ਉਸੇ ਤਰੀਕੇ ਨਾਲ ਰਾਜਾ ਅਮਰਿੰਦਰ ਸਿੰਘ ਬਰਾੜ, ਤੁਹਾਡਾ ਕੋਈ ਪਿਛੋਕੜ ਸਿਆਸੀ ਨਹੀਂ ਹੈ, ਲੇਕਿਨ ਜਿਹੜਾ ਤੁਹਾਡਾ ਟਾਕਰਾ ਸ਼ੁਰੂ ਤੋਂ ਰਿਹਾ ਵਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਅਜਿਹੇ ਪਰਿਵਾਰ ਦੇ ਨਾਲ ਰਿਹਾ ਵਾ, ਸ਼ਾਇਦ ਅਮੂਮਨ ਕਾਂਗਰਸ ਦੇ ਵਿੱਚ ਅਜਿਹਾ ਕੋਈ ਟਾਕਰਾ ਲੈ ਨਹੀਂ ਸਕਦਾ ਸੀ। ਮੈਂ ਸਮਝਦਾ ਕਿ ਇਹ ਸਾਰੀ ਦੀ ਸਾਰੀ ਸੋਚ, ਬੇਸ਼ੱਕ ਮੈਂ ਮੰਤਰੀ ਤਾਂ ਨਹੀਂ ਬਣਿਆ 4.5 ਸਾਲ, ਲੇਕਿਨ ਰਾਹੁਲ ਗਾਂਧੀ ਦਾ ਮੈਂ ਕਦੇ ਜ਼ਿੰਦਗੀ 'ਚ ਦੇਣ ਨਹੀਂ ਦੇ ਸਕਦਾ। ਰਾਹੁਲ ਗਾਂਧੀ ਜੀ ਨੇ ਨਾ ਕੇਵਲ ਮੇਰੇ ਵਰਗੇ, ਮੇਰੇ ਵਰਗੇ ਹੋਰ ਬਥੇਰੇ ਲੋਕ, ਆਪਣੀ ਇੱਥੇ ਬਹੁਤ ਤਿੰਨ ਉਦਾਹਰਨਾਂ ਹੈ ਤੁਹਾਡੇ ਸਾਹਮਣੇ ਹੈ, ਗੋਲਡੀ ਹੈ, ਨਾਗਰਾ ਸਾਹਿਬ ਹੈ, ਜਿਨ੍ਹਾਂ ਦਾ ਪਿਛੋਕੜ ਰਾਜਨੀਤਿਕ ਨਹੀਂ ਸੀਗਾ ਔਰ ਨਾ ਕੇਵਲ ਅਸੀਂ ਲੋਕ, ਪੂਰੇ ਦੇਸ਼ ਭਰ ਦੇ ਵਿੱਚ ਮੈਂ ਉਹਨਾਂ ਦੇ ਨਾਲ ਕੰਮ ਕੀਤਾ। ਉਹਨਾਂ ਦੇ ਮਨ ਦੇ ਵਿੱਚ ਇੱਛਾ ਸੀ ਕਿ ਮੈਂ ਆਮ ਲੋਕਾਂ ਨੂੰ ਤਰਜੀਹ ਦੇਵਾਂ ਔਰ ਉਸੇ ਇੱਛਾ ਦਾ ਮੈਂ ਸਮਝਦਾ ਹਾਂ ਕਿ ਜਿਹੜੀ ਕਹਾਣੀ ਹੈ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਹਮੇਸ਼ਾ ਉਹਨਾਂ ਨੇ ਆਮ ਲੋਕਾਂ ਦੀ ਗੱਲ ਕੀਤੀ। ਉਹਨਾਂ ਨੇ ਹਮੇਸ਼ਾ ਪਿਛਲੀ ਕਤਾਰ ਵਿੱਚ ਖੜੇ ਹੋਏ ਵਿਅਕਤੀ ਦੀ ਗੱਲ ਕੀਤੀ, ਨਾ ਕੇਵਲ ਦਲਿਤ ਦੀ, ਨਾ ਕੇਵਲ ਹਿੰਦੂ ਦੀ, ਨਾ ਕੇਵਲ ਸਿੱਖ ਦੀ, ਨਾ ਕੇਵਲ ਕਿਸੇ ਹੋਰ ਦੀ, ਹਮੇਸ਼ਾ ਆਮ ਲੋਕ। ਆਮ ਦੇ ਵਿੱਚ ਦਲਿਤ ਵੀ ਹੈ, ਵਪਾਰੀ ਵੀ ਹੈ, ਹਿੰਦੂ ਵੀ ਹੈ, ਮੁਸਲਮਾਨ ਵੀ ਹੈ, ਸਿੱਖ ਵੀ ਹੈ। ਸੋ ਉਹਨਾਂ ਨੇ ਕਰ ਵਿਖਾਇਆ ਪੰਜਾਬ ਦੇ ਅੰਦਰ ਐਸੀ ਮਿਸਾਲ ਕਾਇਮ ਕਰਤੀ ਕਿ ਬਾਣੀ 'ਚ ਲਿਖਿਆ, ਇਨ ਗਰੀਬ ਸਿੱਖਨ ਕੋ ਦੇਹੂੰ ਪਾਤਸ਼ਾਹੀ। ਸੋ ਕਮਾਲ ਕਰਤੀ, ਏਡੀ ਵੱਡੀ ਮਿਸਾਲ ਪੈਦਾ ਕੀਤੀ ਹੈ। ਮੈਨੂੰ ਲੱਗਦਾ ਕਿ ਇੱਕ ਮਿਸਾਲ ਹੋਗੀ ਨਾ ਪੰਜਾਬ ਵਾਸਤੇ, ਹਿੰਦੁਸਤਾਨ। ਸੋ ਰਾਜਾ ਵੜਿੰਗੋਰਾ ਦੀ ਗੱਲਬਾਤ ਸੁਣੀ ਤੁਸੀਂ, ਕਿਸ ਤਰ੍ਹਾਂ ਦੇ ਨਾਲ ਉਹਦਾ ਕਹਿਣਾ ਕਿ ਅਜੇ ਫਿਲਹਾਲ ਕੋਈ ਸਾਡੇ ਤੱਕ ਲਿਸਟ ਨਹੀਂ ਪਹੁੰਚੀ ਹੈ ਔਰ ਜੇਕਰ ਹੋਏਗੀ ਤਾਂ ਜ਼ਰੂਰ ਦੱਸਿਆ ਜਾਏਗਾ, ਪਰ ਖੁਸ਼ੀ ਸਾਫ਼ ਜ਼ਾਹਿਰ ਹੋ ਰਹੀ ਹੈ। ਅੱਗੇ ਵਧਾਂਗੇ ਖੈਰ ਤੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਵੱਡੀ ਸਮੱਸਿਆ ਦੀ ਮਾਲਵਾ ਬੈਲਟ 'ਚ ਖਾਸ ਕਰਕੇ, ਜਿੱਥੇ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਮਾਰ ਹੈ। ਸੋ ਪੰਜਾਬ ਦੀ ਨਰਮੇ ਮਾਲਵਾ ਬੈਲਟ ਤੇ ਗੁਲਾਬੀ ਸੁੰਡੀ ਦੀ ਮਾਰ ਹੈ ਔਰ ਅੱਜ ਸੀਐਮ ਚਰਨਜੀਤ ਚੰਨੀ ਖੁਦ ਇਲਾਕਿਆਂ ਦਾ ਜਾਇਜ਼ਾ ਲੈਣਗੇ। ਬਠਿੰਡਾ ਪਹੁੰਚ ਕੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ। ਪੰਜਾਬ ਸਰਕਾਰ ਨੇ ਗਿਰਦਾਵਰੀ ਦੇ ਹੁਕਮ ਦਿੱਤੇ ਹੋਏ ਨੇ। ਗੁਲਾਬੀ ਸੁੰਡੀ ਕਰਕੇ ਨਰਮੇ ਦਾ ਖਾਸਾ ਨੁਕਸਾਨ ਹੋਇਆ, ਕਹਿ ਸਕਦੇ ਹਾਂ ਕਈ ਪਿੰਡਾਂ ਦੀ ਕਈ ਜਿਹੜੀ ਏਕੜ ਹੈ, ਹਜ਼ਾਰਾਂ ਏਕੜ ਹੈ, ਫਸਲ ਬਰਬਾਦ ਹੋ ਚੁੱਕੀ ਹੈ ਔਰ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਔਰ ਨਾਲ ਹੀ ਬੀਜ ਦੀ ਕਮੀ, ਕਿਉਂਕਿ ਬੀਜ ਜਿਹੜਾ ਖਰਾਬ ਆਇਆ ਕਿਸਾਨਾਂ ਦੇ ਮੁਤਾਬਿਕ, ਉਸ ਤੋਂ ਬਾਅਦ ਹੀ ਉਹਨਾਂ ਦੀ ਫਸਲ ਜਿਹੜੀ ਹੈ ਖਰਾਬ ਹੋਈ ਹੈ। ਇਹ ਵੀ ਦੱਸ ਦਈਏ ਕਿ ਬੀਤੇ ਦਿਨ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਦੇ ਵੱਲੋਂ ਵੀ ਪਹੁੰਚ ਕੇ ਜਾਇਜ਼ਾ ਲਿਆ ਗਿਆ ਸੀ ਔਰ ਫਿਲਹਾਲ ਦੀ ਗੱਲ ਕੀਤੀ ਜਾਏ ਤਾਂ ਖਬਰ ਇਹ ਹੈ ਕਿ ਅੱਜ ਸੀਐਮ ਚੰਨੀ ਖੁਦ ਪਹੁੰਚਣਗੇ ਇਹਨਾਂ ਇਲਾਕਿਆਂ ਦੇ ਵਿੱਚ, ਜਾਇਜ਼ਾ ਲੈਣਗੇ। ਬਠਿੰਡਾ ਪਹੁੰਚ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ। ਬੀਤੇ ਦਿਨ ਸੁਖਬੀਰ ਬਾਦਲ ਤਲਵੰਡੀ ਸਾਬੋ ਪਹੁੰਚੇ ਸੀਗੇ ਔਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਔਰ ਕੁਲਤਾਰ ਸੰਧਵਾ ਵੀ ਪਹੁੰਚੇ ਸੀਗੇ। ਸੋ ਉਹਨਾਂ ਦੇ ਵੱਲੋਂ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਤੇ ਅੱਜ ਸੀਐਮ ਚੰਨੀ ਖੁਦ ਜਾਣਗੇ ਔਰ ਗੁਲਾਬੀ ਸੁੰਡੀ ਕਰਕੇ ਜੋ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲਿਆ ਜਾਏਗਾ। ਸੋ ਮਾਲਵਾ ਬੈਲਟ ਦੇ ਵਿੱਚ ਗੁਲਾਬੀ ਸੁੰਡੀ ਕਿਸਾਨਾਂ ਦੇ ਲਈ ਚਿੰਤਾ ਦਾ ਸਬਬ ਬਣ ਰਹੀ ਹੈ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਉੱਥੇ ਹੀ ਇਸ ਸਿਆਸਤ ਵੀ ਖੂਬ ਹੋ ਰਹੀ ਹੈ ਤੇ ਹਰ ਕੋਈ ਪ੍ਰਭਾਵਿਤ ਖੇਤਰਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਰਿਹਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮਾਨਸਾ 'ਚ ਪਹੁੰਚੇ ਤੇ ਪ੍ਰਭਾਵਿਤ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ। ਉੱਥੇ ਆਪ ਵਿਧਾਇਕ ਕੁਲਤਾਰ ਸੰਧਵਾ ਤੇ ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ਦਾ ਦੌਰਾ ਕੀਤਾ ਤੇ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ
ਫਸਲ ਦਾ ਜਾਇਜ਼ਾ ਲਿਆ ਤੇ ਦੋਵਾਂ ਪਾਰਟੀਆਂ ਦੇ ਨਿਸ਼ਾਨੇ ਤੇ ਸੂਬਾ ਸਰਕਾਰ ਰਹੀ ਹੈ ਤੇ ਕਿਹਾ ਕਿ ਸੀਐਮ ਚੰਨੀ ਸਾਰੇ ਕੰਮ ਛੱਡ ਕੇ ਪਹਿਲਾਂ ਕਿਸਾਨਾਂ ਦੀ ਸਾਰ ਲੈਣ। ਇਨੇ ਤਲਵੰਡੀ ਸਾਬੋ ਦੇ ਪਿੰਡ ਸੇਖੂ ਜੱਜਲ ਜਗਾ ਰਾਮ ਤੀਰਥ ਜਿੱਥੋਂ ਦੇ ਖੇਤਾਂ 'ਚ ਆਪਣੇ ਵਰਕਰਾਂ ਨਾਲ ਸੁਖਬੀਰ ਬਾਦਲ ਦੌਰਾ ਕਰਨ ਪਹੁੰਚੇ। ਦੱਸਦੇ ਕਿ ਇਹਨੇ ਦੀ ਨੀਂਹ ਮਾਲਵੇ ਦੇ ਕਿਸਾਨਾਂ ਨੂੰ ਇੱਕ ਨਵੀਂ ਮੁਸੀਬਤ ਨੇ ਘੇਰਿਆ। ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਜਿਸ ਦੇ ਨਾਲ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਸੁਖਬੀਰ ਬਾਦਲ ਦੇ ਮੁਤਾਬਿਕ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 50-50 ਹਜ਼ਾਰ ਦਾ ਖਰਚਾ ਆਉਂਦਾ ਹੈ। ਇਸ ਦੇ ਚੱਲਦੇ ਇੰਨਾ ਹੀ ਮੁਆਵਜ਼ਾ ਪ੍ਰਤੀ ਏਕੜ ਮਿਲਣਾ ਚਾਹੀਦਾ ਹੈ ਤੇ ਨਾਲ ਵੱਡਾ ਨੁਕਸਾਨ ਉਸ ਲੇਬਰ ਦਾ ਹੈ ਜਿਨ੍ਹਾਂ ਨਰਮਾ ਚੁਗਣਾ ਸੀ, ਉਹਨਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ। ਲੱਖਾਂ ਏਕੜ ਪੰਜਾਬ 'ਚ ਜਿਹੜੇ ਆਪਣੇ ਕਿਸਾਨ ਵੀਰ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਨਰਮਾ ਬੀਜਿਆ, ਦੇਖੋ ਪੂਰੀ ਬੰਦੇ ਜਿਹੜਾ ਨਰਗਾ ਹੋ ਗਿਆ ਤੇ ਸਾਰੀ ਫਸਲ ਤਬਾਹ ਹੋ ਗਈ। ਮੈਨੂੰ ਲੱਗਦਾ ਹੈ 1 ਏਕੜ ਮਗਰ ਘੱਟ ਤੋਂ ਘੱਟ 60-70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਇੱਕ ਤਸਵੀਰ ਹੈ ਤੇ ਦੂਜੀ ਤਸਵੀਰ ਇੱਕ ਹੋਰ ਜੋ ਸਾਹਮਣੇ ਆਈ ਹੈ। ਕਿਸਾਨਾਂ ਨੇ ਸੁਖਬੀਰ ਬਾਦਲ ਦਾ ਜੰਮ ਕੇ ਵਿਰੋਧ ਕੀਤਾ ਹੈ। ਤਸਵੀਰਾਂ ਬਖੂਬੀ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਵੱਡੀ ਤਾਦਾਦ 'ਚ ਪੁਲਿਸ ਬਲ ਨੂੰ ਭਾਰੀ ਤੈਨਾਤੀ ਕਰਨੀ ਪਈ ਹੈ ਤੇ ਮਾਹੌਲ ਇਸ ਮੌਕੇ ਤਣਾਅਪੂਰਨ ਹੋਇਆ। ਹਾਲਾਂਕਿ ਸਰਕਾਰ ਵੱਲੋਂ ਬੀਤੇ ਦਿਨ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਗਏ ਨੇ। ਉਧਰ ਕਿਸਾਨਾਂ ਨੇ ਵੀ ਧਰਨੇ ਲਾ ਕੇ ਆਪਣਾ ਹੱਕ ਮੰਗਿਆ ਸੀ ਤੇ ਹੁਣ ਸੁਖਬੀਰ ਬਾਦਲ ਵੀ ਹੱਕ ਲਈ ਪਹੁੰਚੇ। ਵੇਖਣਾ ਹੋਏਗਾ ਕਦੋਂ ਤੱਕ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲਦਾ। ਤਲਵੰਡੀ ਸਾਬੋ ਤੋਂ ਮੁਨੀਸ਼, ਨਿਊਜ਼ 18 ਪੰਜਾਬ। ਸੋ ਖੇਤੀ ਕਾਨੂੰਨਾਂ ਦੇ ਰੇੜਕੇ ਦੇ ਚੱਲਦੇ ਜਿੱਥੇ ਕਿਸਾਨ ਪਰੇਸ਼ਾਨ ਨੇ ਉੱਥੇ ਹੀ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ। ਨਰਮੇ ਦੀ ਫਸਲ ਨੂੰ ਲੱਗੀ ਗੁਲਾਬੀ ਸੁੰਡੀ ਨੇ ਕਈ ਏਕੜ ਫਸਲ ਖਰਾਬ ਕਰ ਦਿੱਤੀ ਜਿਸ ਦੇ ਚੱਲਦੇ ਸੁਖਬੀਰ ਬਾਦਲ ਦੇ ਵੱਲੋਂ ਇਹ ਦੌਰਾ ਕੀਤਾ ਗਿਆ। ਹਾਲਾਂਕਿ ਉਧਰ ਗੱਲ ਕੀਤੀ ਜਾਏ ਤਾਂ ਕਿਸਾਨਾਂ ਦੇ ਵਿਰੋਧ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਸੋ ਫਿਲਹਾਲ ਤਸਵੀਰ ਵਿਖਾ ਰਿਹਾ ਤੁਹਾਨੂੰ ਜੀਂਦ ਦੀ ਜਿੱਥੇ ਕਿ ਨੈਲੋ ਦੀ ਰੈਲੀ ਦੇ ਵਿੱਚ ਬਾਦਲ ਔਰ ਦੇ ਵੱਲੋਂ ਸੰਬੋਧਿਤ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਬੋਲੇ ਨੇ ਲੋਕਾਂ ਨੂੰ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਸੂਬਿਆਂ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਜਿਤਾਓ। ਦਿੱਲੀ ਵਾਲੇ ਸਾਡੀਆਂ ਮੁਸ਼ਕਿਲਾਂ ਨੂੰ ਸਮਝ ਨਹੀਂ ਸਕਦੇ ਨਾ ਕਿਹਾ ਮੇਰਾ 70 ਸਾਲਾਂ ਦਾ ਸਿਆਸੀ ਤਜਰਬਾ ਹੈ। ਬਾਦਲ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਔਰ ਇੱਥੇ ਵੱਖੋ-ਵੱਖ ਲੀਡਰ ਜਿਹੜੇ ਨੇ ਉਹ ਵੱਡੇ ਪਹੁੰਚੇ ਹੋਏ ਸੀ, ਬੀਜੇਪੀ ਤੋਂ ਵੀ ਪਹੁੰਚੇ ਹੋਏ ਸੀ ਪਰ ਪ੍ਰਕਾਸ਼ ਸਿੰਘ ਬਾਦਲ ਔਰ ਦੇ ਵੱਲੋਂ ਇਹ ਅਪੀਲ ਕੀਤੀ। एक तो देखो मेरा 70 साल का सियासी इससे भी ज्यादा तजर्बा है। उम्र तो मेरी 93-94 साल की है। इसमें यही है, एक तो ये है अपने अपने सूबों में रीजनल पार्टी जो है, जो सूबे की पार्टी है, उसकी सरकार बनाए। जो लोग आपकी तकलीफें जानते नहीं, दिल्ली में बैठे हैं, कभी गांव देखा नहीं, कभी गरीब किसान की मजदूर की तकलीफ नहीं देखी, वो आपकी तकलीफ का क्या हल कर सकते। इस करके जब तक आप रीजनल पार्टी को शक्ति नहीं देंगे उस वक्त आपका कुछ नहीं बनेगा। ਸੋ ਦਰ ਗੱਲ ਕਰੀਏ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ ਔਰ ਕਿਸਾਨ ਲੀਡਰਾਂ ਦੇ ਵੱਲੋਂ ਹਮਾਇਤ ਜੁਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ। ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਲੋਕ ਸ਼ਰਾਰਤੀ ਅੰਸਰਾਂ ਤੋਂ ਸੁਚੇਤ ਰਹਿਣ ਇਹ ਵੀ ਕਿਸਾਨ ਆਗੂ ਕਹਿੰਦੇ ਹੋਏ ਨਜ਼ਰ ਆ ਰਹੇ ਨੇ। 27 ਸਤੰਬਰ ਨੂੰ ਤਿੰਨੇ ਖੇਤੀ ਬਿੱਲ ਬਣ ਗਏ ਸਨ ਜਿਸ ਤੋਂ ਬਾਅਦ 27 ਸਤੰਬਰ ਦੇ ਦਿਨ ਹੀ ਇਹ ਬੰਦ ਦਾ ਸੱਦਾ ਦਿੱਤਾ ਗਿਆ। ਦੋ ਤਸਵੀਰਾਂ ਵਿਖਾ ਰਹੇ ਤੁਹਾਨੂੰ। ਪਹਿਲੀ ਤਸਵੀਰ ਭਾਰਤ ਬੰਦ ਦਾ ਸੱਦਾ ਮੋਗਾ ਤੋਂ ਇਹ ਤਸਵੀਰ ਔਰ ਦੂਜੀ ਤਸਵੀਰ ਨਾਭਾ ਦੀ ਤਸਵੀਰ ਹੈ ਜਿੱਥੇ ਕਿ ਝੰਡੇ ਲਗਾ ਕੇ ਮੋਟਰਸਾਈਕਲ ਤੇ ਰੈਲੀ ਕੱਢੀ ਗਈ ਹੈ ਔਰ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ। ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ, ਤੁਸੀਂ ਅੱਜ ਰੈਲੀ ਕੱਢ ਰਹੇ ਹੋ। ਸੋ ਫਿਲਹਾਲ ਇਹ ਤਸਵੀਰ ਵੇਖੀ ਤੁਸੀਂ। ਉਧਰ ਗੱਲ ਕਰੀਏ ਤਾਂ ਭਾਰਤ ਬੰਦ ਨੂੰ ਵਿਰੋਧੀ ਧਿਰ ਦਾ ਸਮਰਥਨ ਵੀ ਮਿਲਦਾ ਹੋਇਆ ਨਜ਼ਰ ਆਇਆ। ਆਮ ਆਦਮੀ ਪਾਰਟੀ ਨੇ ਸਮਰਥਨ ਦਾ ਐਲਾਨ ਕੀਤਾ ਹੈ। ਭਾਰਤ ਬੰਦ ਦੇ ਵਿੱਚ ਆਪ ਸ਼ਾਮਿਲ ਹੋਏਗੀ, ਬਗੈਰ ਕਿਸੇ ਪਾਰਟੀ ਦੇ ਝੰਡੇ ਤੋਂ ਸ਼ਾਮਿਲ ਹੋਵਾਂਗੇ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ। ਸੋ ਕਹਿ ਸਕਦੇ ਹਾਂ ਵਿਰੋਧੀ ਧਿਰਾਂ ਦੇ ਵੱਲੋਂ ਬਗੈਰ ਆਪਣੀ ਪਾਰਟੀ ਦਾ ਝੰਡਾ ਲਾਏ ਸਮਰਥਨ ਕਿਸਾਨਾਂ ਨੂੰ ਮਿਲਦਾ ਹੋਇਆ ਭਲਕੇ ਨਜ਼ਰ ਆਏਗਾ ਕਿਉਂਕਿ ਭਲਕੇ ਭਾਰਤ ਬੰਦ ਹੋਏਗਾ। ਸੋ ਜਿਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਜਿੱਥੇ ਤਿਆਰੀ ਖਿੱਚੀ ਗਈ ਉੱਥੇ ਹੀ ਵਿਰੋਧੀ ਧਿਰ ਵੀ ਆਪਣਾ ਸਮਰਥਨ ਦੇਵੇਗੀ।
ਕਾਨੂੰਨਾਂ ਦੇ ਅੰਦੋਲਨ ਨੂੰ ਅੱਜ ਲਗਭਗ 1 ਸਾਲ ਹੋਣੇ ਜਾ ਰਿਹਾ ਹੈ। ਇਸ ਅੰਦੋਲਨ ਨੂੰ 700 ਕਿਸਾਨਾਂ ਨੇ ਆਪਣੀ ਸ਼ਹੀਦੀ ਦਿੱਤੀ ਹੈ। ਕੇਂਦਰ ਵਿੱਚ ਬੈਠੀ ਜ਼ਾਲਿਮ ਸਰਕਾਰ ਦੇ ਕੰਨਾਂ 'ਚ ਜੂੰ ਨਹੀਂ ਰਿੰਗ ਰਹੀ, ਇੱਕ ਖਾਮੋਸ਼ੀ ਹੈ। ਇੰਜ ਲੱਗ ਰਿਹਾ ਹੈ ਜਿਵੇਂ ਸੱਤਾ 'ਚ ਬੈਠੇ ਰਾਜੇ ਦਾ ਜ਼ਮੀਰ ਮਰ ਗਿਆ ਹੈ। ਕਿਸਾਨਾਂ ਨੇ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਇਸ ਬੰਦ ਦੇ ਹੱਕ 'ਚ ਖੜੇ ਹਨ। ਆਪਣੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਇਹ ਕਿਸਾਨ, ਇਹਨਾਂ ਦਾ ਅਪਮਾਨ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਦਾ ਫਰਜ਼ ਬਣਦਾ ਹੈ ਇਨ ਕਿਸਾਨਾਂ ਨਾਲ ਗੱਲ ਕਰਕੇ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ। ਆਮ ਆਦਮੀ ਪਾਰਟੀ ਖੇਤੀ ਅੰਦੋਲਨ ਨੂੰ ਆਪਣਾ ਪੂਰਨ ਸਮਰਥਨ ਦਿੰਦੀ ਹੈ ਤੇ ਹਰ ਮੋਰਚੇ 'ਚ ਡਟ ਕੇ ਕਿਸਾਨ ਅੰਦੋਲਨ ਦੇ ਹੱਕ 'ਚ ਆਵਾਜ਼ ਕਿਸਾਨ ਜਥੇਬੰਦੀਆਂ ਵੱਲੋਂ 27 ਤਰੀਕ ਦਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆਗਾ। ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ, ਆਮ ਆਦਮੀ ਪਾਰਟੀ ਦੇ ਹਰ ਇੱਕ ਕਾਰਕੁਨ ਉਸ 27 ਤਰੀਕ ਦਾ ਉਹਨੂੰ ਸਫਲ ਬਣਾਉਣ ਦੇ ਲਈ ਬਗੈਰ ਆਪਣੇ ਝੰਡੇ ਤੋਂ, ਬਗੈਰ ਆਪਣੇ ਡੰਡੇ ਤੋਂ ਕਿਸਾਨ ਜਥੇਬੰਦੀਆਂ ਦੇ ਉਸ ਕਾਲ ਦਾ, ਉਸ ਸੱਦੇ ਦਾ ਸਮਰਥਨ ਕਰਾਂਗੇ। ਬਿਲਕੁਲ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਦੀ ਇਕਾਈ, ਪੰਜਾਬ ਦੀ ਇਕਾਈ ਆਪਣਾ ਪੂਰਾ ਜ਼ੋਰ ਲਾ। ਵਿਰੋਧੀ ਧਿਰਾਂ ਦੇ ਵੱਲੋਂ ਪੂਰਾ ਖੁੱਲ ਕੇ ਸਮਰਥਨ ਦਿੱਤਾ ਜਾ ਰਿਹਾ ਤੇ ਕਿਸਾਨ ਅੰਦੋਲਨ ਤੇ ਸੀਐਮ ਮਨੋਹਰ ਲਾਲ ਵੀ ਬੋਲੇ ਨੇ। ਉਹਨਾਂ ਕਿਹਾ ਕਿ ਅਰਾਜਕਤਾ ਨਹੀਂ ਫੈਲਣ ਦਿਆਂਗੇ, ਪਰ ਲੋਕਤੰਤਰ ਦੇ ਵਿੱਚ ਸਭ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ ਵੀ ਕਹਿੰਦੇ ਹੋਏ ਨਜ਼ਰ ਆਏ ਨੇ। ਬਾਰਡਰਸ ਖੋਲ੍ਹਣ ਦੀ ਹਾਈ ਪਾਵਰ ਕਮੇਟੀ ਗਠਿਤ ਕੀਤੀ ਗਈ ਹੈ। ਕਿਸਾਨਾਂ ਦੇ ਭਾਰਤ ਬੰਦ ਨੂੰ ਲੈ ਕੇ ਸਰਕਾਰ ਵੀ ਤਿਆਰ ਹੈ, ਪਰ ਅੰਦੋਲਨ ਸ਼ਾਂਤੀਪੂਰਨ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੰਦੋਲਨ ਸ਼ਾਂਤੀਪੂਰਨ ਹੋਣਾ ਚਾਹੀਦਾ ਹੈ, ਪਰ ਸਰਕਾਰ ਦੀ ਪੂਰੀ तैयारी है, क्योंकि जिस तरह की तस्वीर बीते कुछ दिनों तो नजर आई है और उस कमेटी में उनको बुलाया भी है। अब मुझे लगता है कि सुप्रीम कोर्ट उनको कोई ना कोई पार्टी बना करके निर्देश देंगे, जैसा भी देंगे, लेकिन इस बातचीत अंदर खाते वो भी तैयार हैं कि अब रास्ते को खोलने का समय है, हम खोल देंगे। उधर दिल्ली में भी दिल्ली की ओर से बंद है, वहाँ दिल्ली सरकार से जो बातचीत हुई उन्होंने कहा कि ठीक है, अगर आपके लोग उधर तैयार हैं तो हम भी इसको खोल देंगे। मोटे रूप से सरकारों की ओर से खोलने का एक विषय तय है, सहमत हैं सब। हम चाहते हैं कि भी आपसी बातचीत के माध्यम से रास्ता खुल जाए। उनको भी पता है कि रास्ता बंद होने से उनको भी कोई बहुत बड़ा लाभ हो नहीं रहा, तो वो रास्ता खुलने के संकेत सब हैं। जहाँ तक भारत बंद का विषय है, जैसे मैंने बताया कि लोकतंत्र में सबको अपना अधिकार है बात कहने का, शांतिपूर्वक तरीके से कहें, बंद रखें। बंद में नुकसान भी सबके होते हैं, उन सब में वो भी आते हैं। आखिर समाज का तो वो भी हिस्सा है। बंद शांतिपूर्ण रहना चाहिए, ऐसे मैं अपेक्षा करता हूँ। फिर भी हमारी तैयारी जो हर प्रकार की रहेगी कि किसी प्रकार की न्यूसेंस जो है वो नहीं होना देंगे। ਸੋ ਬੰਦ ਦੇ ਬਾਬਤ ਇਹ ਗੱਲ ਕਹੀ ਗਈ ਹੈ ਮਨੋਹਰ ਲਾਲ ਔਰ ਦੇ ਵੱਲੋਂ। ਅੱਗੇ ਵਧਾਂਗੇ, ਗੱਲ ਕਰਾਂਗੇ ਕੇਂਦਰ ਸਰਕਾਰ ਦੀ। ਲਗਾਤਾਰ ਵਿਦੇਸ਼ਾਂ ਤੋਂ ਦੇਸ਼ ਦੀ ਵਿਰਾਸਤ ਵਾਪਸ ਲਿਆਉਣ ਦੀ ਕਵਾਇਦ ਦੇ ਵਿੱਚ ਕੇਂਦਰ ਸਰਕਾਰ ਲੱਗੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਅਮਰੀਕਾ ਤੋਂ 157 ਕਲਾਕ੍ਰਿਤੀਆਂ ਤੇ ਪੁਰਾਤਨ ਚੀਜ਼ਾਂ ਵਾਪਸ ਲਿਆ ਰਹੇ ਨੇ। ਇਹ ਉਹ ਕਲਾਕ੍ਰਿਤੀਆਂ ਤੇ ਪੁਰਾਤਨ ਚੀਜ਼ਾਂ ਨੇ ਜੋ ਸਾਲਾਂ ਪਹਿਲਾਂ ਨਾਜਾਇਜ਼ ਵਪਾਰ ਜਾਂ ਤਸਕਰੀ ਰਾਹੀਂ ਵਿਦੇਸ਼ਾਂ ਦੇ ਵਿੱਚ ਸਨ। ਅਮਰੀਕਾ ਨੇ 157 ਕਲਾਕ੍ਰਿਤੀਆਂ ਤੇ ਪੁਰਾਤਨ ਚੀਜ਼ਾਂ ਨੂੰ ਸੌਂਪਿਆ। ਇਹਨਾਂ ਦੇ ਵਿੱਚ 11ਵੀਂ ਸਦੀ ਤੋਂ 14ਵੀਂ ਸਦੀ ਤੱਕ ਦੀਆਂ ਇਤਿਹਾਸਿਕ ਵਸਤੂਆਂ ਸ਼ਾਮਲ ਨੇ। 71 ਕਲਾਕ੍ਰਿਤੀਆਂ ਸੱਭਿਆਚਾਰਕ ਨੇ, ਜਦੋਂ ਕਿ ਬਾਕੀ ਮੂਰਤੀਆਂ ਹਨ ਜੋ 60 ਹਿੰਦੂ ਧਰਮ ਦੇ ਨਾਲ ਸੰਬੰਧਿਤ ਨੇ ਤੇ 60 ਬੁੱਧ ਧਰਮ ਦੇ ਨਾਲ, ਜਦੋਂ ਕਿ 9 ਜੈਨ ਧਰਮ ਦੇ ਨਾਲ ਸੰਬੰਧਿਤ ਨੇ। ਵਿਦੇਸ਼ਾਂ ਤੋਂ ਚੋਰੀ ਹੋਈਆਂ ਕਲਾਕ੍ਰਿਤੀਆਂ ਨੂੰ ਘਰ ਲਿਆਉਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੱਡੀ ਪ੍ਰਾਪਤੀ ਹੈ ਅਤੇ ਪਿਛਲੇ 7 ਸਾਲਾਂ ਵਿੱਚ ਮੋਦੀ ਸਰਕਾਰ ਨੇ ਇਸ ਤੋਂ ਪਹਿਲਾਂ 4 ਦਹਾਕਿਆਂ ਤੋਂ ਵੀ ਵੱਧ ਪੁਰਾਣੇ ਭਾਰਤੀ ਖਜ਼ਾਨਿਆਂ ਨੂੰ ਵਾਪਸ ਲਿਆਂਦਾ। ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਮਾਇਆ ਸਾਬਲੇ 12 ਸਾਲਾਂ ਤੋਂ ਸਵੱਛਤਾ ਦੇ ਨਾਲ ਜੁੜੇ ਅਸੰਗਠਿਤ ਖੇਤਰ ਦੇ ਵਿੱਚ ਕੰਮ ਕਰ ਰਹੀ ਸੀ। ਉਹ ਨਾਲਿਆਂ ਦੀ ਸਫਾਈ ਤੇ ਕੂੜਾ ਇਕੱਠਾ ਕਰਨ ਦਾ ਕੰਮ ਕਰਦੀ ਸੀ। ਇਸ ਕੰਮ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੀ ਕੋਈ ਗੁੰਜਾਇਸ਼ ਨਹੀਂ ਸੀ ਤੇ ਹਾਲਾਤ ਵੀ ਬਹੁਤ ਖਰਾਬ ਸਨ। ਇਸ ਦੌਰਾਨ ਮਾਇਆ ਨੇ ਬਿਹਤਰ ਰੋਜ਼ਗਾਰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਪੜ੍ਹਾਈ ਦੀ ਘਾਟ ਕਾਰਨ ਉਸ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸੰਘਰਸ਼ ਦੇ ਦੌਰਾਨ ਮਾਇਆ ਨੂੰ ਔਰੰਗਾਬਾਦ ਦੇ ਵਿੱਚ ਸਥਿਤ ਵਰਡ ਟਾਇਲਟ ਕਾਲਜ ਬਾਰੇ ਜਾਣਨ ਦਾ ਮੌਕਾ ਮਿਲਿਆ ਤੇ ਇੱਥੋਂ ਹੀ ਉਸ ਦੀ ਜ਼ਿੰਦਗੀ ਦੀ ਕਹਾਣੀ ਬਦਲ ਗਈ। नमस्कार, माझं नाव माया राजू साबळे आहे। मेरा नाम
माया राजू साबले है। मैं मुंबई में लोकशाहीर अन्ना भाऊ साथी नगर में रहती हूँ। मेरी 3 बेटियाँ हैं। मेरे पति हमें तब छोड़ गए जब हमारी सबसे छोटी बेटी सिर्फ 8 महीने की थी। मैंने अपनी बेटियों को पाला पोसा और पढ़ाया लिखाया। उसके लिए मैंने लोगों के घर पर 2-3 साल तक बाइक का काम किया, परंतु वह काम हमारी आजीविका के लिए व्यवहार स्रोत नहीं था। मग मी छोटं मोठं काम करत होते, धुणं भांड्याचं काम मी 2-3 वर्ष केलं. त्यातून मला काही म्हणजे व्यवस्था माझी होत नव्हती. मुकेश वाकरे साहेब वर्ल्ड टॉयलेट कॉलेज के मुकेश वाकरे ने मुझे सलाह दी कि मैं इंस्टीट्यूशन से 6 दिन ट्रेनिंग प्राप्त करूं और देखूं कि मुझे कैसा लगता है। वर्ल्ड टॉयलेटचं त्यांनी मला सर्टिफिकेट दिलं आणि मग मला बोलले बघा आता हे सर्टिफिकेट तुम्हाला जर भेटलं. एक प्रशिक्षित स्वच्छता कार्यकर्ता बनने के बाद आदिनाथ और मुकेश वाकरे साहब ने मुझे आश्वासन दिया कि वे मुझे अपना सहयोग देंगे। अब मेरे पास दफ्तर में एक सफाई कर्मचारी की नौकरी है। मेरे पास एक अच्छी पगार है। मैं और मेरा परिवार अब सुखी हैं। करता करता तिथून मला चांगली पेमेंट वगैरे सर्व काही मिळत राहिले आणि मी माझा परिवार वगैरे आता एकदम सुखात आहोत. हीच माझी इच्छा आहे की बस आता इथं मग मेरी आशा है कि मेरी बेटियां उच्च शिक्षा प्राप्त करें, एक अच्छी नौकरी करें और एक शक्तिशाली और स्वतंत्र महिला बनें। उभं राहिलं पाहिजे हेच माझे स्वप्न आहे.